ਹੈਲੋ एवरीवन ਵੈਲਕਮ ਬੈਕ ਟੂ ਯਰ ਔਨ ਚੈਨਲ ਸਾਇੰਟੀਆ। ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਆਪਣੇ ਚੈਨਲ ਤੇ ਸਾਇੰਸ ਦੀ ਪ੍ਰੀਪਰੇਸ਼ਨ ਕਰ ਰਹੇ ਹਾਂ ਕੰਪੀਟੀਟਿਵ ਐਗਜ਼ਾਮਸ ਦੇ ਲਈ। ਅਗਰ ਤੁਸੀਂ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਸੋ ਦੈਟ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ। ਅੱਜ ਆਪਾਂ ਗੱਲ ਕਰ ਰਹੇ ਹਾਂ ਜੋ ਕੈਮਿਸਟਰੀ ਦਾ ਆਪਾਂ ਇਲੈਕਟ੍ਰੋਕੈਮਿਸਟਰੀ ਚੈਪਟਰ ਕੰਪਲੀਟ ਕੀਤਾ ਸੀ, ਉਸਦੇ ਆਪਾਂ ਐਮਸੀਕਿਊ ਦਾ ਵੀ ਪਾਰਟ 1 ਕਰ ਚੁੱਕੇ ਹਾਂ। ਅੱਜ ਕੱਲ ਕਰਾਂਗੇ ਐਮਸੀਕਿਊ ਦੇ ਪਾਰਟ 2 ਦੀ, ਜੋ ਤੁਹਾਡੇ ਮਾਸਟਰ ਕੈਡਰ ਐਗਜ਼ਾਮ ਦੇ ਲਈ ਬਹੁਤ ਇੰਪੋਰਟੈਂਟ ਹੋਣ ਵਾਲਾ ਹੈ। ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਫਸਟ ਆਪਣੇ ਨੂਮੈਰੀਕਲ ਦੀ, ਫਸਟ ਐਮਸੀਕਿਊ ਦੀ। ਦੇਖੋ ਕੁਐਸਚਨ ਕੀ ਕਹਿ ਰਿਹਾ, ਇਨ ਦਾ ਇਲੈਕਟ੍ਰੋਕੈਮੀਕਲ ਸੈੱਲ ਜਿਸ ਦੇ ਵਿੱਚ ਜ਼ਿੰਕ ਸਲਫੇਟ ਤੇ ਕਾਪਰ ਸਲਫੇਟ ਦੇ ਵਿੱਚ ਰਿਐਕਸ਼ਨ ਹੋ ਰਹੀ ਹੈ। ਦੇਖੋ ਐਨੋਡ ਦੈਨ ਬ੍ਰਿਜ ਹੈ, ਦੈਨ ਆਪਣੇ ਕੋਲ ਕੀ ਹੈ ਕੈਥੋਡ। ਕਲੀਅਰ। ਤਾਂ ਰਿਐਕਸ਼ਨ ਹੋ ਰਹੀ ਹੈ ਜਿਸ ਦੀ ਅਗਰ EMF ਦੀ ਕੀ ਹੈ ਫਸਟ ਦੀ E1 ਹੈ, ਜੋ ਆਪਾਂ ਨੂੰ ਵੈਲਿਊ ਕੌਨਸਨਟ੍ਰੇਸ਼ਨਸ ਦੀ ਗਿਵਨ ਹੈ। ਨੈਕਸਟ ਗੱਲ ਕੀ ਕਿਹਾ ਗਿਆ ਹੈ, ਕਹਿੰਦੇ ਅਗਰ ਮੈਂ ਕੌਨਸਨਟ੍ਰੇਸ਼ਨ ਆਫ ਜ਼ਿੰਕ ਸਲਫੇਟ ਨੂੰ ਕਨਵਰਟ ਕਰਦਾ ਕਿਸ ਦੇ ਵਿੱਚ ਕਾਪਰ ਸਲਫੇਟ ਦੇ ਨਾਲ, ਜ਼ਿੰਕ ਸਲਫੇਟ ਨੂੰ ਕਾਪਰ ਸਲਫੇਟ ਦੇ ਨਾਲ ਅਗਰ ਆਪਾਂ ਚੇਂਜ ਕਰ ਦਿੰਨੇ ਆ ਤਾਂ ਆਪਣੀ EMF ਕੀ ਆ ਜਾਏਗੀ E2। ਤਾਂ ਆਪਾਂ ਨੇ ਰਿਲੇਸ਼ਨ ਦੱਸਣਾ E1 ਤੇ E2 ਦਾ। ਕਲੀਅਰ। ਸੋਲਵ ਕਰਦੇ ਹਾਂ ਇਸ MCQ ਨੂੰ। ਦੇਖੋ ਫਸਟ ਅਗਰ ਆਪਾਂ ਈ ਸੈਲ ਦੀ ਗੱਲ ਕਰੀਏ, ਈ ਸੈਲ ਕਿਸ ਦੇ ਇਕੁਅਲ ਹੁੰਦਾ ਹੈ, ਈ ਨੋਟ ਸੈਲ ਮਾਈਨਸ 0.059 ਅਪੋਨ n log ਜ਼ਿੰਕ ਟੂ ਪੋਜ਼ਿਟਿਵ, ਜ਼ਿੰਕ ਟੂ ਪੋਜ਼ਿਟਿਵ ਆਏਗਾ, ਇਹ ਮੈਂ ਤੁਹਾਨੂੰ ਕਰਵਾਇਆ ਹੋਇਆ। ਨੀਚੇ ਕੀ ਆ ਜਾਏਗਾ ਕਾਪਰ ਟੂ ਪੋਜ਼ਿਟਿਵ। ਕਲੀਅਰ। ਨੈਕਸਟ ਅਗਰ ਆਪਾਂ ਗੱਲ ਕਰੀਏ, ਦੇਖੋ ਹੁਣ ਆਪਾਂ ਇਸ ਦੇ ਵਿੱਚ ਵੈਲਿਊ ਪੁੱਟ ਕਰਾਂਗੇ। ਪਹਿਲਾਂ ਆਪਾਂ E1 ਲਵਾਂਗੇ, E1 E ਨੋਟ ਇਦਾਂ ਹੀ ਰਹਿ ਜਾਏਗਾ, ਮਾਈਨਸ 0.059 ਕਿੰਨੇ ਆਪਣੇ ਕੋਲ ਆਇਨਸ ਚੇਂਜ ਹੋ ਰਹੇ ਹੈ 2, ਤਾਂ n ਦੀ ਵੈਲਿਊ ਕਿੰਨੀ ਆ ਜਾਏਗੀ 2 ਆ ਜਾਏਗੀ। ਲੋਗ ਜ਼ਿੰਕ ਪੋਜ਼ਿਟਿਵ, ਜ਼ਿੰਕ ਟੂ ਪੋਜ਼ਿਟਿਵ ਦੀ ਫਸਟ ਵੈਲਿਊ ਕਿੰਨੀ ਆਪਾਂ ਦੇਖ ਲੈਂਦੇ ਹਾਂ। ਦੈਨ ਆਪਾਂ ਗੱਲ ਕਰਾਂਗੇ ਸੈਕਿੰਡ। ਦੇਖੋ ਫਸਟ ਕਿੰਨੀ ਹੈ 0.01 ਫਸਟ EMF ਵੇਲੇ, ਕਾਪਰ ਦੀ ਕਿੰਨੀ ਹੈ 1, ਵੈਲਿਊਜ਼ ਪੁੱਟ ਕਰਾਂਗੇ ਆਪਾਂ 0.01 ਅਪੋਨ 1, ਵੈਲਿਊਜ਼ ਪੁੱਟ ਹੋ ਗਈਆਂ। ਨੀਚੇ ਪੁਆਇੰਟ ਕਰਕੇ ਕਿੰਨਾ ਗਿਆ 1/100 ਬਣ ਜਾਏਗਾ। ਸੋਲਵ ਕਰ ਲਓ ਇਸ ਨੂੰ। ਅਗਰ ਆਪਾਂ ਸੋਲਵ ਕਰਦੇ ਹਾਂ ਤਾਂ E ਨੋਟ ਮਾਈਨਸ 0.059 ਬਾਈ 2 ਲੋਗ ਦੀ ਅਗਰ ਵੈਲਿਊ ਦੀ ਗੱਲ ਕਰੀਏ ਆਪਾਂ, ਜਦੋਂ ਤੁਸੀਂ ਇਸ ਨੂੰ ਸੋਲਵ ਕਰੋਗੇ, ਦੇਖੋ ਪੁਆਇੰਟ ਨੀਚੇ ਆ ਗਿਆ 1/100 ਬਣ ਗਿਆ, ਤਾਂ ਇਸ ਦੀ ਜੋ ਲੋਗ ਦੀ ਵੈਲਿਊ ਹੁੰਦੀ ਹੈ ਉਹ ਹੁੰਦੀ ਹੈ -2। ਤੁਸੀਂ ਸੋਲਵ ਕਰਕੇ ਦੇਖ ਲਈਏ, ਤੁਹਾਨੂੰ ਸੋਲਵ ਕਰਨਾ ਆਂਦਾ ਹੋਏਗਾ। 2 ਨਾਲ 2 ਕੀ ਹੋ ਗਿਆ ਆਪਣਾ ਕੈਂਸਲ ਹੋ ਗਿਆ, ਤਾਂ ਕੀ ਬਣ ਗਿਆ E ਨੋਟ ਪਲੱਸ ਮਾਈਨਸ ਮਾਈਨਸ ਪਲੱਸ 0.059। ਇਹ ਤੁਹਾਡੀ ਕੀ ਆ ਗਈ ਫਸਟ E1 ਦੀ ਇਕੁਏਸ਼ਨ ਆ ਗਈ, E1 ਦੀ ਇਕੁਏਸ਼ਨ ਆ ਗਈ। ਨੈਕਸਟ ਆਪਾਂ E2 ਦੀ ਨਿਕਾਲਾਂਗੇ। ਮੈਂ ਕਲਰ ਚੇਂਜ ਕਰ ਲੈਂਦੀ ਹਾਂ। ਦੇਖੋ E2 ਦੀ E2 ਨੈਕਸਟ ਉੱਦਾਂ ਹੀ ਸੇਮ ਆ ਜਾਏਗਾ ਆਪਣੇ ਕੋਲ E ਨੋਟ ਮਾਈਨਸ 0.059, 0.059 ਬਾਈ ਕਿੰਨਾ ਆ ਗਿਆ 2। ਹੁਣ ਆਪਣੇ ਕੋਲ ਜੋ ਕੰਸਨਟ੍ਰੇਸ਼ਨ ਗਿਵਨ ਹੈ ਉਹ ਚੇਂਜ ਹੋਈ ਸੀ, ਦੇਖੋ 1 ਉੱਪਰ ਆ ਜਾਏਗਾ। ਅਗਰ ਮੈਨੇ ਇੱਥੇ ਇਹਨਾਂ ਦੀ ਜੋ ਆਪਸੀ ਕੰਸਨਟ੍ਰੇਸ਼ਨ ਸੀ ਉਹ ਚੇਂਜ ਹੋ ਗਈ ਸੀ, ਸਿਰਫ ਇਹੀ ਫਰਕ ਸੀ। ਕੰਸਨਟ੍ਰੇਸ਼ਨ ਚੇਂਜ ਕਰ ਦੋ ਕੀ ਬਣ ਜਾਏਗਾ 1/0.101, ਇਸ ਦਾ ਉੱਪਰ ਜਾ ਕੇ 100 ਬਣ ਜਾਏਗਾ। ਇੱਥੇ ਲੋਗ ਵੀ ਹੈ, ਲੋਗ। ਕਲੀਅਰ। ਤਾਂ ਇਸ ਨੂੰ ਲੋਗ 100 ਹੋ ਜਾਏਗਾ, ਤਾਂ ਵੈਲਿਊ ਚੇਂਜ ਕਰ ਦੋ E ਨੋਟ ਮਾਈਨਸ 0.059 ਬਾਈ 2, ਇਸ ਦੀ ਵੈਲਿਊ ਕਿੰਨੀ ਆ ਜਾਏਗੀ 2, ਜਿਸ ਦੇ ਨਾਲ ਕੀ ਹੈ 2 ਨਾਲ 2 ਕੀ ਹੋ ਜਾਏਗਾ ਕੈਂਸਲ। ਤਾਂ ਆਪਣੇ ਕੋਲ ਸੈਕਿੰਡ ਇਕੁਏਸ਼ਨ E2 ਦੀ ਕੀ ਬਣ ਗਈ, ਇਹ ਮਤਲਬ ਪਲੱਸ ਮਾਈਨਸ ਦਾ ਫਰਕ ਆਇਆ ਸਿਰਫ। ਤਾਂ ਇਸ ਦਾ ਮਤਲਬ ਕੀ ਹੋਇਆ E1 ਕੀ ਹੈ ਗ੍ਰੇਟਰ ਹੋ ਜਾਊਗਾ ਕਿਸ ਤੋਂ E2 ਤੋਂ, ਕਿਉਂਕਿ ਪੋਜ਼ਿਟਿਵ ਹੈ ਉਸ ਦੇ ਵਿੱਚ ਵੈਲਿਊ ਐਡ ਹੋ ਰਹੀ ਹੈ, ਇਸ ਦੇ ਵਿੱਚ ਵੈਲਿਊ ਸਬਟਰੈਕਟ ਹੋ ਰਹੀ ਹੈ। ਤਾਂ ਦੇਖ ਲੈਂਦੇ ਹਾਂ ਇਸ ਕੁਐਸਚਨ ਦਾ ਰਾਈਟ ਆਂਸਰ ਕੀ ਹੈ। ਇਸ ਕੁਐਸਚਨ ਦਾ ਰਾਈਟ ਆਂਸਰ ਕੀ ਹੈ, ਆਪਣੇ ਕੋਲ E1 ਗ੍ਰੇਟਰ ਆਇਆ E2 ਤੋਂ, ਤਾਂ ਇਸ ਕੁਐਸਚਨ ਦਾ ਰਾਈਟ ਆਂਸਰ ਕੀ ਆ ਗਿਆ ਆਪਸ਼ਨ B। ਕਲੀਅਰ। ਨੈਕਸਟ ਦੇਖਦੇ ਹਾਂ ਸੈਕਿੰਡ MCQ। ਆਈ ਹੋਪ ਫਸਟ ਕਲੀਅਰ ਹੋ ਚੁੱਕਿਆ। ਸੈਕਿੰਡ ਦੇਖਦੇ ਹਾਂ, ਦ ਮੋਲਰ ਕੰਡਕਟਿਵਿਟੀ ਆਫ 0.5 ਮੋਲ ਮੀਨਸ ਇਹ ਵੋਲਿਊਮ ਗਿਵਨ ਹੈ ਆਪਾਂ ਨੂੰ। ਕਲੀਅਰ। ਤਾਂ ਅਗਰ ਆਪਾਂ ਗੱਲ ਕਰੀਏ ਸੋਲਿਊਸ਼ਨ ਦੀ ਆਫ AgNO3 ਵਿਦ ਇਲੈਕਟ੍ਰੋਲਿਟਿਕ ਕੰਡਕਟਿਵਿਟੀ, ਇਲੈਕਟ੍ਰੋਲਿਟਿਕ ਕੰਡਕਟਿਵਿਟੀ ਗਿਵਨ ਹੈ ਐਟ ਟੈਂਪਰੇਚਰ 298 ਕੈਲਵਿਨ 'ਚ ਗਿਵਨ ਹੈ। ਚੇਂਜ ਕਰਨ ਦੀ ਜ਼ਰੂਰਤ ਅਗਰ ਆਪਾਂ ਗੱਲ ਕਰੀਏ ਇੰਨੀ ਨਹੀਂ ਪਏਗੀ। ਤਾਂ ਆਪਾਂ ਮੋਲਰ ਕੰਡਕਟਿਵਿਟੀ ਦਾ ਫਾਰਮੂਲੇ ਦੀ ਗੱਲ ਕਰੀਏ, ਕਿੰਨਾ ਹੋਏਗਾ ਆਪਣੇ ਕੋਲ
ਕਾਪਾ ਇਨਟੂ 1000 ਅਪੋਨ ਮੋਲੈਰਿਟੀ कैपिटल M ਨਾਲ ਲਿਖ ਸਕਦੇ ਹਾਂ। ਹੁਣ ਕਾਪਾ ਦੀ ਵੈਲਿਊ ਤੁਹਾਨੂੰ ਗਿਵਨ ਹੈ, ਦੇਖੋ ਇਲੈਕਟ੍ਰੋਲਿਟਿਕ ਕੰਡਕਟਿਵਿਟੀ ਦੀ ਵੈਲਿਊ ਆਪਾਂ ਨੂੰ ਗਿਵਨ ਹੈ, ਕਾਪਾ ਇਹੀ ਹੁੰਦਾ। ਵੈਲਿਊ ਪੁੱਟ ਕਰਦੇ ਹਾਂ, ਕਿੰਨੀ ਆਪਣੇ ਕੋਲ 5.76 ਇੰਟੂ 10 ਰੇਜ਼ ਟੂ ਪਾਵਰ -3 ਕਲੀਅਰ, ਪੁੱਟ ਕਰਤੀ 1000 ਨਾਲ ਆ ਗਿਆ। ਮੋਲੈਰਿਟੀ ਕੀ ਹੁੰਦੀ ਹੈ ਹੁਣ ਆਪਣੇ ਕੋਲ, ਦੇਖੋ ਆਪਣੇ ਕੋਲ ਮੋਲੈਰਿਟੀ ਅਗਰ ਆਪਾਂ ਗੱਲ ਕਰੀਏ, ਮੋਲੈਰਿਟੀ ਇਹਨਾਂ ਨੇ ਸਿੱਧਾ ਗਿਵਨ ਦਿੱਤੀ ਹੋਈ ਹੈ, ਮੋਲਰ ਕੰਡਕਟਿਵਿਟੀ 0.5 ਮੋਲ ਪਰ ਸੌਰੀ ਅਗਰ ਮੋਲੈਰਿਟੀ ਦੀ ਗੱਲ ਕਰੀਏ ਕੀ ਹੁੰਦੀ ਹੈ ਆਪਣੇ ਕੋਲ ਮੋਲੈਰਿਟੀ, ਵੋਲੀਅਮ ਡੈਕਾਮੀਟਰ ਦਾ ਕਿਊਬ। ਮੋਲੈਰਿਟੀ ਆਪਣੇ ਕੋਲ ਕੀ ਹੁੰਦਾ, ਨੰਬਰ ਆਫ ਮੋਲੀਕਿਊਲਸ ਜਾਂ ਨੰਬਰ ਆਫ ਐਟਮਸ ਅਪੋਨ ਵੋਲੀਅਮ ਆਫ ਸੋਲਿਊਸ਼ਨ, ਇਹੀ ਹੁੰਦਾ। ਤਾਂ ਆਪਾਂ ਨੂੰ ਗਿਵਨ ਹੈ ਕਿੰਨੀ 0.5, ਇਸ ਲਈ ਯੂਨਿਟਸ ਪਤਾ ਹੋਣੀਆਂ ਬਹੁਤ ਜ਼ਰੂਰੀ ਹੈ। ਇਸ ਨੂੰ ਤੁਸੀਂ ਸੋਲਵ ਕਰ ਲਓ, ਈਜ਼ਲੀ ਸੋਲਵ ਹੋ ਜਾਏਗਾ। दो पॉइंट कट के 2 0 नीचे आ जाएगी, 1 0 ऊपर चली जाएगी, तो 100 नाल कैंसल हो जाएगी। 2 0 किन्नी 100 इज दी 10 रेज़ टू पावर -3 ਨੂੰ नीचे की लिख सकते हो 10 रेज़ टू पावर 3 लिख सकते हो। तो 5 ਨੂੰ 576 ਤੇ डिवाइड कर दो तो ਤੁਹਾਡੇ ਕੋਲ अप्रोक्सीमेटली आंसर आ जाएगा 11.52। ये पीछे यूनिट्स ने देख लियो, ठीक है। देखो इस क्वेश्चन का हुण राइट साइमन है, साइमन क्योंकि ओम इनवर्स हो गया, एस लिखता सेंटीमीटर स्क्वायर पर मोल। तो देख लैंने इस क्वेश्चन का राइट आंसर की बनता है, इस क्वेश्चन का राइट आंसर भी की बनता है अपने को ऑप्शन बी। तो इस क्वेश्चन का राइट आंसर हो जाएगा ऑप्शन बी। क्लीयर। नैक्सट क्वेश्चन देखते हैं, थर्ड अपने को MCQ देखते हैं। देखो थर्ड की कह रहे हैं, एक कह रहे ने अपने को अ डिवाइस दैट कन्वर्ट एनर्जी ऑफ कंबशन ऑफ फ्यूल लाइक हाइड्रोजन एंड मीथेन डायरैक्टली इनटू इलैक्ट्रिकल एनर्जी। कोई अपने को डिवाइस है जो हाइड्रोजन ते मीथेन दे विच जो फ्यूल ने उन्होंने किस च कन्वर्ट करे इलैक्ट्रिकल एनर्जी, मतलब कैमिकल एनर्जी तो किस च कन्वर्जन हो रही है इलैक्ट्रिकल एनर्जी दे विच। क्लीयर। तो दसना इनू की कहा जाता है। ऑप्शन ए है तुहाडे कोल डायमनो, ऑप्शन बी है निकल कैडमियम सैल, ऑप्शन सी है फ्यूल सैल, ऑप्शन डी है इलैक्ट्रोलिटिक सैल। तो इसनों की कहा जाता है, फ्यूल सैल कहा जाता है। इस क्वेश्चन का राइट आंसर की हो जाएगा ऑप्शन सी हो जाएगा। इलैक्ट्रोलिटिक सैल दे विच की हुंदा है, इलैक्ट्रिकल एनर्जी किहदे विच कन्वर्ट हुंदी है, कैमिकल एनर्जी दे विच। क्लीयर, कन्फ्यूज नहीं होना, ये इसदा आ जांदा। नैक्सट आपां गल करांगे नैक्सट फोर्थ MCQ दी। फोर्थ MCQ की कह रहे हैं, वैन 0.1 मोल manganese oxide is oxidized, the quantity of electricity required to complete oxidize MnO4 to negative to MnO4 negative। सब तो पहला इसकी रिएक्शन लिख लेने, देखो ऑक्सीडेशन रिएक्शन लिख लेने, दस ही रहे ने ऑक्सीडाइज हो रहे हैं। MnO4 2 नैगेटिव तो की चीज़ बन रही है अपने को MnO4 नैगेटिव। क्लीयर, ए बन रहे। देखो नाल की है अगर आप गल करिए, एक इलैक्ट्रॉन की हो जाएगा रिलीज़ हो जाएगा। हुण तुहानूं ऑक्सीडेशन स्टेट तो निकालनी आती होएगी। अगर आप गल करिए देखो हुण मैगनीज की निकालनी है, ऑक्सीजन की कितनी होंदी है 2 नैगेटिव, 4 2 8 नैगेटिव आ गया। इधर एक्स कितनी गिवन है अपने को 2 गिवन है, तो एक्स की कितनी आ जाएगी 6, मतलब इत्थे ऑक्सीडेशन स्टेट कितनी है पॉजिटिव 6 है। नैक्सट आप ऑक्सीडेशन स्टेट हुण इधर दी निकाल दिंदे आ MnO4 नैगेटिव दी, Mn दी एक्स क्योंकि एक्स है, O4 दी अगर 2 नैगेटिव 4 2 8 -8 इज इक्वल टू किन्ना अपने को -1, मतलब अगर नैगेटिव है तो आप पॉजिटिव लैने, तो एक्स की कितनी आ जाएगी 7। इसका मतलब ऑक्सीडेशन स्टेट 6 to 7 कन्वर्ट हो रही है। तो इसका मतलब की है, अगर आपने निकालना की है, एक मिनट चेक कर लेने, कितनी क्वांटिटी ऑफ इलैक्ट्रिसिटी आपने क्यों निकालना है, किस दे इक्वल हो जाएगा अपने को, क्यों किस दे इक्वल हो जाएगा, किन्ने मोल सोल्यूशन है अपने को, ए भी 0.1 सी, ए भी 0.1 है, तो अपने को 0.1 इंटू फैरेडे, फैरेडे कॉन्स्टेंट की वैल्यू कितनी होंगी अपने को 0.1 इंटू अगर आप गल करिए 96500 कूलम, तो पॉइंट नीचे 10 आ गया, 0 नाल 0 कैंसल हो गया। तो इस क्वेश्चन का आंसर कितना आ जाएगा 9650 कूलम। ये तुहाडे कोल की आ जाएगा आंसर आ जाएगा, चेक कर लेने आ। इस क्वेश्चन का राइट आंसर की बनता है अपने को, इस क्वेश्चन का राइट आंसर बनेगा ऑप्शन सी। क्लीयर। नैक्सट आप गल करांगे नैक्सट MCQ दी। नैक्सट देखो अपने कोल की है,
At 25 degrees Celsius, molar conductivity of 0.1 molar aqueous solution of ammonium hydroxide is ਅਮੋਨੀਅਮ ਹਾਈਡਰੋਕਸਾਈਡ ਦੀ ਆਪਾਂ ਨੂੰ ਦਿੱਤੀ ਹੋਈ ਹੈ ਮੋਲਰ ਐਕੁਅਸ ਸੋਲਿਊਸ਼ਨ ਦੀ ਮੋਲਰ ਕੰਡਕਟੈਂਸ ਦਿੱਤੀ ਹੋਈ ਹੈ ਐਟ ਇਨਫਾਈਨਾਈਟ ਡਿਲੂਸ਼ਨ ਕਿੰਨੀ ਆ ਆਪਣੇ ਕੋਲ 238 ਪਰ ਓਮ ਸੈਂਟੀਮੀਟਰ ਸਕੁਅਰ ਪਰ ਮੋਲ ਸਕੁਅਰ ਮਤਲਬ ਆਪਾਂ ਨੂੰ ਮੋਲਰ ਕੰਡਕਟਿਵਿਟੀ ਐਟ ਕੌਨਸਨਟ੍ਰੇਸ਼ਨ ਦੀ ਵੀ ਦਿੱਤੀ ਹੋਈ ਹੈ ਤੇ ਆਪਾਂ ਨੂੰ ਮੋਲਰ ਕੰਡਕਟਿਵਿਟੀ ਐਟ ਇਨਫਾਈਨਾਈਟ ਡਿਲੂਸ਼ਨ ਵੀ ਦਿੱਤਾ ਹੋਇਆ ਦ ਡਿਗਰੀ ਆਫ ਆਇਓਨਾਈਜੇਸ਼ਨ ਆਪਾਂ ਨੇ ਪਤਾ ਕਰਨਾ ਹੈ ਸੇਮ ਕੰਸਨਟ੍ਰੇਸ਼ਨ ਤੇ ਸੇਮ ਟੈਂਪਰੇਚਰ ਤੇ ਦੇਖੋ ਸਭ ਤੋਂ ਪਹਿਲਾਂ ਫਾਰਮੂਲਾ ਪਤਾ ਹੋਣਾ ਚਾਹੀਦਾ ਡਿਗਰੀ ਆਫ ਡਿਸੋਸੀਏਸ਼ਨ ਕਿਸ ਦੇ ਇਕੁਅਲ ਹੁੰਦਾ ਮੋਲਰ ਕੰਡਕਟਿਵਿਟੀ ਐਟ ਕਨਸੈਂਟ੍ਰੇਸ਼ਨ C ਅਪੋਨ ਮੋਲਰ ਕੰਡਕਟਿਵਿਟੀ ਐਟ ਇਨਫਿਨਿਟੀ ਤੇ ਕਲੀਅਰ ਅਗਰ ਆਪਾਂ ਇਨਫਿਨਾਈਟ ਡਿਲੂਸ਼ਨ ਤੇ ਤਾਂ ਆਪਾਂ ਨੂੰ ਤਾਂ ਵੈਲਿਊ ਸਿੰਪਲੀ ਗਿਵਨ ਹੀ ਨੇ ਮੈਂ ਪਹਿਲਾਂ ਹੀ ਦੱਸਿਆ ਆਪਾਂ ਦੋਨੋਂ ਗਿਵਨ ਹੈ ਕਿੰਨੀ ਵੈਲਿਊ ਪੁੱਟ ਕਰ ਦੋ 9.54 नीचे वाली किन्नी अपने को आई थिंक 230 एक मिनट मैं चेक कर ला हाँ जी 230 ओम पर ओम तो वैल्यूज़ पुट कर लाँगे ये नीचे आके 200 सिंपली एज ए डिवीजन कर दो 4 2 ते कटिंग कर दो तो अपने को अप्रोक्सीमेटली अगर गल करिए कितना आंसर बन जाएगा 0.04008 परसेंटेज के विच निकालना है तो परसेंटेज कन्वर्ट कर दो किस च बन जाएगा डिवाइड बाय अगर आप गल करिए 100 ਨਾਲ ਚੇਂਜ ਕਰਕੇ ਕਿੰਨਾ ਆ ਜਾਏਗਾ ਤੁਹਾਡੇ ਕੋਲ 4.008% ਤੁਹਾਡੇ ਕੋਲ ਕੀ ਆ ਜਾਏਗਾ ਆਨਸਰ ਆ ਜਾਏਗਾ ਕਿਸ ਦਾ ਡਿਗਰੀ ਆਫ ਡਿਸੋਸੀਏਸ਼ਨ ਦਾ ਤਾਂ ਦੇਖਦੇ ਆ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੈ ਇਸ ਕੁਐਸਚਨ ਦਾ ਰਾਈਟ ਆਨਸਰ ਬਣ ਗਿਆ ਆਪਸ਼ਨ ਏ ਕਲੀਅਰ ਨੈਕਸਟ ਦੇਖਦੇ ਆ ਆਪਣਾ आई थिंक 6 MCQ है अ बटन सेल यूज इन वॉचिज फंक्शनस एज फॉलोइंग एक कोई बटन सेल है जो काम करता है वॉचिज ਦੇ ਵਿੱਚ ਇਸ ਤਰ੍ਹਾਂ ਨਾਲ ਆ ਰਿਐਕਸ਼ਨ ਦਿੱਤੀ ਹੋਈ ਹੈ ਤੁਹਾਨੂੰ ਜ਼ਿੰਕ ਨੂੰ ਜਦੋਂ Ag2O ਸਿਲਵਰ ਆਕਸਾਈਡ ਨਾਲ ਰਿਐਕਟ ਕਰਵਾਇਆ ਇਨ ਦ ਪ੍ਰੈਜ਼ੈਂਸ ਆਫ ਵਾਟਰ ਤਾਂ ਤੁਹਾਡੇ ਕੋਲ ਸਿਲਵਰ ਬਣ ਰਿਹਾ ਜ਼ਿੰਕ ਪੋਜ਼ਿਟਿਵ 2 ਪੋਜ਼ਿਟਿਵ ਦੇ ਆਇਨ ਬਣ ਰਹੇ ਤੇ OH ਨੈਗੇਟਿਵ ਆਇਨ ਬਣ ਰਹੇ ਹਾਫ ਸੈਲ ਪੋਟੈਂਸ਼ੀਅਲ ਵੀ ਤੁਹਾਨੂੰ ਗਿਵਨ ਹੈ ਜ਼ਿੰਕ ਦੀ ਦੇਖੋ ਜਦੋਂ ਅਗਰ ਆਪਾਂ ਗੱਲ ਕਰੀਏ 2 ਇਲੈਕਟ੍ਰੋਨ ਕੀ ਕਰਤੇ ਜ਼ਿੰਕ ਨੇ ਗੇਨ ਕਰ ਲਏ 2 ਇਲੈਕਟ੍ਰੋਨ ਗੇਨ ਜਦੋਂ ਗੇਨਿੰਗ ਹੁੰਦੀ ਹੈ ਇਲੈਕਟ੍ਰੋਨ ਦੀ ਉੱਥੇ ਕੀ ਹੋ ਰਿਹਾ ਹੁੰਦਾ ਰਿਡਕਸ਼ਨ ਜਦੋਂ ਲੂਜ਼ ਆਫ ਇਲੈਕਟ੍ਰੋਨਸ ਹੋ ਰਹੇ ਇੱਥੇ ਲੂਜ਼ ਹੋ ਗਏ ਇਲੈਕਟ੍ਰੋਨ ਤਾਂ ਇੱਥੇ ਕੀ ਹੋ ਰਹੀ ਹੈ ਆਪਣੇ ਕੋਲ ਆਕਸੀਡੇਸ਼ਨ ਮੀਨ ਸੈਕਿੰਡ ਸਟੈਪ 'ਚ ਕੀ ਹੋ ਰਹੀ ਹੈ ਆਕਸੀਡੇਸ਼ਨ ਤਾਂ ਸੈਲ ਪੋਟੈਂਸ਼ੀਅਲ ਆਪਾਂ ਕਿਵੇਂ ਨਿਕਾਲਦੇ ਬਿਲਕੁਲ ਆਸਾਨ ਹੈ E0 ਸੈਲ ਇਜ਼ ਇਕੁਅਲ ਟੂ E0 ਕੈਥੋਡ ਮਾਈਨਸ एनोड ਤੇ ਆਪਣੇ ਕੋਲ ਕੀ ਹੋ ਰਹੀ ਹੁੰਦੀ ਹੈ ਅਗਰ ਆਪਾਂ ਗੱਲ ਕਰੀਏ ਆਕਸੀਡੇਸ਼ਨ ਤੇ ਕੈਥੋਡ ਤੇ ਆਪਣੇ ਕੋਲ ਰਿਡਕਸ਼ਨ ਮਤਲਬ ਅਗਰ ਆਪਾਂ ਇੱਕ ਸਟੈਪ ਹੋਰ ਲਿਖਦੇ ਹਾਂ ਆਪਣੇ ਕੋਲ ਇੱਥੇ ਕੀ ਹੋਗੀ ਇੱਥੇ ਆਪਣੇ ਕੋਲ ਰਿਡਕਸ਼ਨ ਹੋਗੀ ਇੱਥੇ ਆਪਣੇ ਕੋਲ ਕੀ ਹੋਗੀ ਐਨੋਡ ਤੇ ਕੀ ਹੋ ਜਾਂਦੀ ਹੈ ਆਕਸੀਡੇਸ਼ਨ ਤਾਂ ਆਪਾਂ ਕੀ ਕਰਾਂਗੇ ਇੱਥੇ ਆਪਣੇ ਕੋਲ ਹੁਣ ਦੇਖੋ ਅਗਰ ਰਿਡਕਸ਼ਨ ਹੋ ਰਹੀ ਹੈ ਤਾਂ ਵੈਲਿਊ ਕਿਹਦੀ ਆਏਗੀ ਆਕਸੀਡੇਸ਼ਨ ਪੋਟੈਂਸ਼ੀਅਲ ਦੀ ਇਸ ਜਗ੍ਹਾ ਤੇ ਆਪਣੇ ਕੋਲ ਐਨੋਡ ਦੀ ਜਗ੍ਹਾ ਵੈਲਿਊ ਕਿਸ ਦੀ ਆ ਜਾਏਗੀ ਰਿਡਕਸ਼ਨ ਪੋਟੈਂਸ਼ੀਅਲ ਦੀ ਤਾਂ ਵੈਲਿਊ ਪੁੱਟ ਕਰ ਦੋ ਬਿਲਕੁਲ ਸਾਨ ਆਪਾਂ ਨੂੰ ਵੈਲਿਊ ਦੇਖ ਲੈਣੇ ਕਿੰਨੀ ਗਿਵਨ ਹੈ ਆਕਸੀਡੇਸ਼ਨ ਪੋਟੈਂਸ਼ੀਅਲ ਦੀ ਆਪਾਂ ਨੂੰ ਵੈਲਿਊ ਕਿੰਨੀ ਗਿਵਨ ਹੈ ਆਪਣੇ ਕੋਲ -0.76 ਤੇ ਆਪਣੇ ਕੋਲ ਰਿਡਕਸ਼ਨ ਪੋਟੈਂਸ਼ੀਅਲ ਦੀ ਵੈਲਿਊ ਕਿੰਨੀ ਗਿਵਨ ਹੈ 0.34 ਵੈਲਿਊ ਪੁੱਟ ਕਰ ਦਿੰਨੇ ਆ ਆਕਸੀਡੇਸ਼ਨ ਪੋਟੈਂਸ਼ੀਅਲ ਦੀ 0.76 ਰਿਡਕਸ਼ਨ ਪੋਟੈਂਸ਼ੀਅਲ ਦੀ 0.34 ਆਪਣੇ ਕੋਲ ਐਡ ਕਰ ਦਿੰਨੇ ਆ 6 और 4 10 1 ਕੈਰੀ 8 9 10 11 1.1 ਵੋਲਟੇਜ ਤੁਹਾਡਾ ਕੀ ਆ ਗਿਆ ਆਨਸਰ ਆ ਗਿਆ ਦੇਖ ਲੈਂਦੇ ਆ ਕਿਹੜਾ ਰਾਈਟ ਆਨਸਰ ਹੈ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆਪਣੇ ਕੋਲ ਆਪਸ਼ਨ ਸੀ ਕਲੀਅਰ ਨੈਕਸਟ ਕੁਐਸਚਨ ਦੇਖਦੇ ਆ ਆਪਾਂ ਨੈਕਸਟ ਆਪਣੇ ਕੋਲ ਗਿਵਨ ਹੈ ਹਾਊ ਮੈਨੀ ਗ੍ਰਾਮਸ ਆਫ ਕੋਬਾਲਟ ਮੈਟਲ ਵਿਲ ਬੀ ਡਿਪੋਜ਼ਿਟ ਵੈਨ ਅ ਸੋਲਿਊਸ਼ਨ ਆਫ ਕੋਬਾਲਟ 2 ਪੋਜ਼ਿਟਿਵ 2 chloride is electrolyte with current of 10 ampere for 109 minutes ਦੇਖੋ ਇਸ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਇਸ ਦੇ ਵਿੱਚ ਆਪਣੇ ਕੋਲ ਫੈਰਾਡੇਜ਼ ਫਸਟ ਲਾ ਲੱਗੇਗਾ ਕਿਉਂਕਿ ਆਪਣੇ ਕੋਲ ਕਰੰਟ ਗਿਵਨ ਹੈ ਟਾਈਮ ਗਿਵਨ ਹੈ ਆਪਾਂ ਨੂੰ ਕੀ ਕਿਹਾ ਹੋਇਆ ਕੋਬਾਲਟ ਮੈਟਲ ਡਿਪੋਜ਼ਿਟ ਹੋ ਰਿਹਾ ਮਤਲਬ ਕਨਵਰਟ ਹੋ ਰਿਹਾ ਕੋਬਾਲਟ 2 ਪੋਜ਼ਿਟਿਵ ਕਲੋਰਾਈਡ ਦੇ ਨਾਲ ਇਲੈਕਟ੍ਰੋਲਾਈਟ ਹੋ ਰਿਹਾ ਤਾਂ ਅਗਰ ਆਪਾਂ ਗੱਲ ਕਰੀਏ ਕੀ ਫਾਰਮੂਲਾ ਹੁੰਦਾ ZIT ਤਾਂ ਅਗਰ ਆਪਾਂ ਗੱਲ ਕਰੀਏ Z ਨੂੰ ਕਿਵੇਂ ਲਿਖਦੇ ਹਾਂ ਇਕੁਇਵਲੈਂਟ weight ਅਪੋਨ ਅਗਰ ਆਪਾਂ ਗੱਲ ਕਰੀਏ ਫੈਰਾਡੇ ਤਾਂ ਇਸ ਵੇ ਦੇ ਨਾਲ ਅਗਰ ਆਪਾਂ ਨੀਚੇ ਫੈਰਾਡੇ ਡਾਇਰੈਕਟ ਸੋਲਵ ਕਰ ਰਹੀ ਹਾਂ ਮੈਂ I ਦੀ ਵੈਲਿਊ ਕਿੰਨੀ ਆਪਣੇ ਕੋਲ ਕਰੰਟ 10 ਟਾਈਮ ਦੀ ਅਗਰ ਮੈਂ ਗੱਲ ਕਰਾਂ ਆਪਾਂ ਨੂੰ ਗਿਵਨ ਕਿੰਨਾ 109 ਮਿੰਟ ਇਹਨੂੰ ਤੁਸੀਂ ਕੀ ਕਰ ਸਕਦੇ ਹੋ ਕਨਵਰਟ ਕਰ ਸਕਦੇ ਹੋ
109 ਮਿੰਟਸ ਨੂੰ ਕਨਵਰਟ ਕਰ ਸਕਦੇ ਹਾਂ 60 ਨਾਲ ਮਲਟੀਪਲਾਈ ਕਰ ਦਾਂਗੇ ਤਾਂ ਸਿੰਪਲੀ ਇੱਥੇ ਲਿਖ ਦਿਓ ਤੁਸੀਂ 109 ਇੰਟੂ 60। ਇੱਥੇ ਤੱਕ ਕਲੀਅਰ ਹੋਇਆ। ਨੈਕਸਟ ਅਗਰ ਆਪਾਂ ਗੱਲ ਕਰੀਏ, ਨੈਕਸਟ ਆਪਣੇ ਕੋਲ ਕੀ ਰਹਿ ਗਿਆ, ਆਈ ਥਿੰਕ ਆਪਾਂ ਸਾਰਾ Z ਦੀ ਵੈਲਿਊ ਰਹਿ ਗਈ। ਹਾਂਜੀ, ਮਾਸ ਆਫ ਕੋਬਾਲਟ ਆਪਾਂ ਨੂੰ ਗਿਵਨ ਹੈ 59। ਤੁਸੀਂ ਇੱਥੇ ਵੈਲਿਊ ਪੁੱਟ ਕਰ ਸਕਦੇ ਹੋ। Z ਦਾ ਮਤਲਬ ਅਟੋਮਿਕ ਨੰਬਰ ਹੀ ਹੁੰਦਾ, ਕਿੰਨਾ ਹੈ 59। ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਈਜ਼ਲੀ ਸੋਲਵ ਹੋ ਜਾਏਗਾ। ਨੈਕਸਟ Z ਦੇ ਅਪੋਨ ਇਕੁਇਵਲੈਂਟ ਨੰਬਰ ਦੇ ਅਪੋਨ N ਹੁੰਦਾ। N ਦਾ ਮਤਲਬ ਕੀ ਹੁੰਦਾ ਤੁਹਾਡੇ ਕੋਲ, ਵੈਲੈਂਸੀ ਹੁੰਦੀ ਹੈ ਜਾਂ ਐਸਿਡਿਟੀ ਹੁੰਦੀ ਹੈ ਜਾਂ ਬੇਸਿਸਿਟੀ ਹੁੰਦੀ ਹੈ। ਤਾਂ ਇੱਥੇ ਆਪਣੇ ਕੋਲ ਵੈਲੈਂਸੀ ਕਿੰਨੀ ਹੈ, ਆਪਣੇ ਕੋਲ 2 ਆਇਨਸ 'ਚ ਕਨਵਰਟ ਹੋ ਰਿਹਾ ਤਾਂ ਨਾਲ ਕਿੰਨਾ ਆ ਜਾਏਗਾ, 2 ਆ ਜਾਏਗਾ। ਦੇਖੋ ਇਹ ਫਾਰਮੂਲਾ ਤੁਸੀਂ ਬ੍ਰੇਕ ਕਰਕੇ ਵੀ ਕਰ ਸਕਦੇ ਹੋ, ਮੈंने ਡਾਇਰੈਕਟ ਕਰਤਾ ਸੋਲਵ। ਜਦੋਂ ਤੁਸੀਂ ਇਸ ਨੂੰ ਸੋਲਵ ਕਰੋਗੇ ਤਾਂ ਤੁਹਾਡੇ ਕੋਲ ਵੈਲਿਊ ਆ ਜੂਗੀ 2 ਨੂੰ 10 ਤੇ ਕੱਟ ਦਿਓ 5 ਆ ਜਾਏਗਾ। 0 ਨਾਲ 0 ਕੈਂਸਲ, 0 ਨਾਲ 0 ਕੈਂਸਲ ਹੋ ਜਾਏਗੀ। 5 ਦੇ ਟੇਬਲ ਤੇ ਫਿਰ ਇਸ ਨੂੰ ਕੱਟ ਦਿਓ 1 ਤੇ ਜਾਏਗਾ। ਦੈਨ ਆ ਗਿਆ 4, 46 9 ਤੇ ਗਿਆ 45, 193 ਆ ਜਾਏਗਾ। ਦੈਨ ਇਸ ਦੀ ਕਟਿੰਗ ਹੋ ਜਾਏਗੀ ਤੇ ਤੁਹਾਡੇ ਕੋਲ ਰਾਈਟ ਆਂਸਰ ਬਣ ਜਾਏਗਾ ਨੀਅਰ ਅਬਾਊਟ 19.999। ਤਾਂ ਅਪਰੋਕਸੀਮੇਟਲੀ ਕਿਸ ਦੇ ਇਕੁਅਲ ਹੋ ਗਿਆ 20 ਦੇ। ਤਾਂ ਦੇਖ ਲੈਂਦੇ ਹਾਂ ਇਸ ਕੁਐਸਚਨ ਦਾ ਰਾਈਟ ਆਂਸਰ ਕੀ ਹੈ। ਇਸ ਕੁਐਸਚਨ ਦਾ ਰਾਈਟ ਆਂਸਰ ਕੀ ਹੈ ਆਪਣੇ ਕੋਲ, ਆਪਸ਼ਨ ਬੀ। ਕਲੀਅਰ। ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ MCQ ਦੀ, ਲਿਮਟਿੰਗ ਮੋਲਰ ਕੰਡਕਟਿਵਿਟੀ ਆਫ NH4OH। ਤਾਂ ਆਪਾਂ ਨੇ ਲਿਮਟਿੰਗ ਮੋਲਰ ਕੰਡਕਟਿਵਿਟੀ ਦੱਸਣੀ ਹੈ। ਇਸ ਦਾ ਮਤਲਬ ਕੀ ਹੁੰਦਾ ਹੈ, ਇਸ ਨੂੰ ਕੀ ਹੈ ਬ੍ਰੇਕ ਕਰ ਦੇਣਾ ਕਿ ਦੋ ਰਿਐਕਸ਼ਨਸ ਹੋ ਰਹੀਆਂ। ਦੇਖੋ ਤੁਸੀਂ ਆਪਸ ਦੇ ਵਿੱਚ ਨੋਰਮਲੀ ਦੇਖ ਸਕਦੇ ਹੋ ਕਿ ਕਿਸ ਵੇ ਦੇ ਨਾਲ ਹੋ ਰਿਹਾ। ਦੇਖੋ ਇਸ ਦੇ ਵਿੱਚ NH4Cl ਦੇ ਵਿੱਚ NaCl ਐਡ ਕਰਤਾ ਤੇ ਤਾਂ Cl2 ਹੋ ਗਿਆ। NaOH ਨੂੰ ਅਗਰ ਆਪਾਂ ਰਿਲੀਜ਼ ਕਰਤਾ ਕੀ ਆਪਣੇ ਕੋਲ NH4OH ਬਣੇਗਾ, ਨਹੀਂ, ਇਸ ਨੂੰ ਤਾਂ ਆਪਾਂ ਆਊਟ ਕਰਤਾ ਆਪਾਂ ਨੇ। ਤਾਂ NaOH ਐਡ ਕਰਨਾ ਪਏਗਾ ਤਾਂ ਹੀ ਇਹਦੇ ਨਾਲ OH ਆ ਕੇ ਅਟੈਚ ਹੋਏਗਾ। ਤਾਂ ਇਹ ਵੀ ਗਲਤ ਹੈ। ਹੁਣ ਦੇਖੋ ਇਸ ਦੇ ਵਿੱਚ ਵੀ NaOH ਦੇ ਵਿੱਚ NaCl ਐਡ ਕਰਤਾ ਤਾਂ ਇਹ ਤਾਂ Na2 ਬਣ ਗਿਆ ਨਾ, Na2 ਬਣ ਜੂ, HCl ਬਣ ਜੂ। ਤਾਂ Na2O ਲਗਾ ਲਓ, HCl ਬਣ ਜੂ, ਪਰ NH4Cl ਤਾਂ ਆਪਾਂ ਰਿਮੂਵ ਕਰਤਾ ਤਾਂ NH4 ਤਾਂ ਆਪਾਂ ਨੂੰ ਚਾਹੀਦਾ। ਤਾਂ ਇਹ ਆਪਸ਼ਨ ਵੀ ਕੀ ਹੋ ਗਈ, ਗਲਤ। ਨੈਕਸਟ ਅਗਰ ਆਪਾਂ ਗੱਲ ਕਰੀਏ NH4OH ਦੇ ਵਿੱਚ ਦੋਨੋਂ ਐਡ ਕਰਤੇ, HCl ਰਿਮੂਵ ਕਰਤਾ। ਤਾਂ ਅਗਰ ਆਪਾਂ ਗੱਲ ਕਰੀਏ ਜੇ ਦੋਨੋਂ ਐਡ ਕਰ ਦਾਂਗੇ ਤਾਂ NH4 ਦੇ 2 ਕੰਪੋਨੈਂਟ ਬਣ ਗਏ, ਨਾਲ ਆਪਣੇ ਕੋਲ HCl ਬਣ ਗਿਆ। ਤਾਂ ਇਸ ਦਾ ਮਤਲਬ ਆਪਣੇ ਕੋਲ ਤਾਂ ਇਹ ਬਣਿਆ ਹੀ ਨਹੀਂ। ਤਾਂ ਲਾਸਟ ਰਿਐਕਸ਼ਨ ਦੇਖਦੇ ਹਾਂ ਤਾਂ C ਆਪਸ਼ਨ ਵੀ ਕੈਂਸਲ ਹੋ ਗਈ। ਤਾਂ ਲਾਸਟ ਦੇਖਦੇ ਹਾਂ D ਨੂੰ ਸੋਲਵ ਕਰਕੇ ਦੇਖਦੇ ਹਾਂ। NH4Cl ਦੇ ਵਿੱਚ ਜਦੋਂ ਮੈਂ NaOH ਨੂੰ ਰਿਐਕਟ ਕਰਦੀ ਹਾਂ, ਮਾਈਨਸ ਕਿਸ ਨੂੰ ਕਰਦੀ ਹਾਂ, NaCl ਨੂੰ, ਕੀ ਮੇਰੇ ਕੋਲ ਕੰਪੋਨੈਂਟ ਬਣਦਾ। ਜਦੋਂ ਮੈਂ ਇਸ ਨੂੰ ਐਡ ਕਰਦੀ ਹਾਂ ਤਾਂ ਆਪਣੇ ਕੋਲ ਕੀ ਬਣੇਗਾ, NH4 ਨਾਲ ਆਪਣੇ ਕੋਲ ਕੀ ਬਣ ਗਿਆ, HCl, NH4 Na HCl NaO HCl। ਇਸ ਦੇ ਵਿੱਚੋਂ ਆਪਾਂ ਨੇ ਕੀ ਕੀਤਾ, NaCl ਨੂੰ ਕੀ ਕਰਤਾ, ਰਿਮੂਵ ਕਰਤਾ। ਮਤਲਬ ਆਪਣੇ ਕੋਲ ਕੀ ਬਣ ਜੂਗਾ, NH4 Na ਨਿਕਾਲਤਾ, Cl ਨਿਕਾਲਤਾ, ਆਪਣੇ ਕੋਲ ਕੀ ਰਹਿ ਗਿਆ, NH4OH ਰਹਿ ਗਿਆ। ਤਾਂ ਇਸ ਇਹ ਬਣ ਰਿਹਾ। ਤਾਂ ਇਸ ਮਤਲਬ ਇਸ ਕੁਐਸਚਨ ਦਾ ਰਾਈਟ ਆਂਸਰ ਕੀ ਹੋ ਜਾਏਗਾ ਆਪਣੇ ਕੋਲ, ਆਪਸ਼ਨ ਡੀ ਹੋ ਜਾਏਗਾ। ਕਲੀਅਰ ਹੋਇਆ। ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ MCQ ਦੀ। ਨੈਕਸਟ ਦੇਖੋ ਆਪਣੇ ਕੋਲ ਕੀ ਕਹਿੰਦੇ ਆ, ਔਨ ਹੀਟਿੰਗ ਵਨ ਐਂਡ ਆਫ ਅ ਪੀਸ ਆਫ ਮੈਟਲ। ਆਪਾਂ ਨੇ ਕੀ ਕੀਤਾ, ਇੱਕ ਪੀਸ ਆਫ ਮੈਟਲ ਨੂੰ ਕੀ ਕੀਤਾ, ਹੀਟ ਕੀਤਾ। ਦ ਅਦਰ ਐਂਡ ਬਿਕਮਸ ਹੋਟ ਬਿਕੋਜ਼ ਆਫ, ਅਦਰ ਐਂਡ ਕੀ ਬਣ ਗਿਆ, ਹੋਟ ਬਣ ਗਿਆ। ਕਿਸ ਦੇ ਕਾਰਨ ਬਣਿਆ। ਤਾਂ ਦੇਖਦੇ ਹਾਂ ਅਗਰ ਆਪਾਂ ਗੱਲ ਕਰੀਏ, ਆਪਸ਼ਨ ਏ ਹੈ ਐਨਰਜਾਈਜ਼ ਇਲੈਕਟ੍ਰੋਨ ਮੂਵਿੰਗ ਟੂ ਦ ਅਦਰ ਐਂਡ। ਜਿਹੜੇ ਇਲੈਕਟ੍ਰੋਨ એનર્ਜੀ ਮਿਲ ਚੁੱਕਿਆ ਹੀਟ ਤੋਂ ਬਾਅਦ ਉਹ ਦੂਸਰੇ ਐਂਡ ਤੱਕ ਪਹੁੰਚ ਕੇ। ਬੀ ਹੈ ਮਾਈਨਰ ਪੈਟਰੇਬੇਸ਼ਨ ਇਨ ਦ એનર્ਜੀ ਆਫ ਐਟਮ, ਥੋੜਾ ਜਿਹਾ ਐਟਮਸ ਦੀ એનર્ਜੀ ਦੇ ਵਿੱਚ ਚੇਂਜ ਆ ਗਿਆ। ਰੈਜ਼ਿਸਟੈਂਸ ਆਫ ਦ ਮੈਟਲ ਦੀ ਰੈਜ਼ਿਸਟੈਂਸ ਕਰਕੇ। ਆਪਸ਼ਨ ਡੀ ਹੈ ਮੋਬਿਲਿਟੀ ਆਫ ਐਟਮਸ ਇਨ ਦ ਮੈਟਲ। ਮੋਬਿਲਿਟੀ ਦਾ ਮਤਲਬ ਹੁੰਦਾ ਮੂਵਮੈਂਟ ਆਫ ਐਟਮਸ ਦੀ, ਮੈਟਲ ਦੇ ਵਿੱਚ ਜੋ ਐਟਮਸ ਦੀ ਮੂਵਮੈਂਟ ਹੈ ਉਸ ਕਰਕੇ। ਦੇਖੋ ਇਸ ਦਾ ਗੱਲ ਕਰੀਏ, ਜਦੋਂ ਵੀ ਮੈਟਲ ਦੀ ਹੀਟ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਜੋ ਫ੍ਰੀ ਇਲੈਕਟ੍ਰੋਨਸ, ਮੈਟਲ ਦੇ ਵਿੱਚ ਕੀ ਪ੍ਰੈਜ਼ੈਂਟ ਹੁੰਦੇ ਆ, ਫ੍ਰੀ ਇਲੈਕਟ੍ਰੋਨਸ। ਜਿਹੜੇ ਆ ਫ੍ਰੀ ਇਲੈਕਟ੍ਰੋਨਸ ਪ੍ਰੈਜ਼ੈਂਟ ਹੁੰਦੇ ਆ ਇਹ ਮੂਵ ਕਰਨਾ ਸਟਾਰਟ ਕਰ ਦਿੰਦੇ ਆ। ਤਾਂ ਇਹਦੇ ਨਾਲ ਕੀ ਹੋ ਜਾਂਦਾ, ਜੋ ਟੈਂਪਰੇਚਰ ਹੈ ਉਹ ਇਨਕਰੀਜ਼ ਹੋ ਜਾਂਦਾ। ਤਾਂ ਇਸ ਕੁਐਸਚਨ ਦਾ ਰਾਈਟ ਆਂਸਰ ਬਿਲਕੁਲ ਕੀ ਆ ਜਾਏਗਾ ਆਪਣੇ ਕੋਲ, ਆਪਸ਼ਨ ਏ ਆ ਜਾਏਗਾ। ਕਲੀਅਰ। ਨੈਕਸਟ ਦੇਖਦੇ ਆ ਨੈਕਸਟ MCQ, स्टैंडर्ड रिडक्शन पोटेंशियल एट 25 डिग्री सेल्सियस जो लिथियम आयन है, बेरिलियम आयन है, सोडियम आयन, मैग्नीज आयन,
ਇਹਨਾਂ ਦੀ ਆਪਾਂ ਨੂੰ ਕੀ ਦਿੱਤਾ ਹੋਇਆ, ਰਿਡਕਸ਼ਨ ਪੋਟੈਂਸ਼ੀਅਲ ਦੀਆਂ ਵੈਲਿਊਜ਼ ਦਿੱਤੀਆਂ ਹੋਈਆਂ ਨੇ। ਵਿਚ ਵਨ ਆਫ ਦਾ ਫੋਲੋਇੰਗ ਇਜ਼ ਸਟਰੋਂਗੈਸਟ ਆਕਸੀਡਾਈਜ਼ਿੰਗ ਏਜੰਟ, ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਸਟਰੋਂਗੈਸਟ ਆਕਸੀਡਾਈਜ਼ਿੰਗ ਏਜੰਟ ਕਿਹੜਾ? ਦੇਖੋ ਸਟਰੋਂਗੈਸਟ ਆਕਸੀਡਾਈਜ਼ਿੰਗ ਏਜੰਟ ਉਹੀ ਹੋਏਗਾ ਜਿਸ ਦੀ ਸਭ ਤੋਂ ਜ਼ਿਆਦਾ ਰਿਡਕਸ਼ਨ ਪੋਟੈਂਸ਼ੀਅਲ ਹੋਏਗੀ, ਰਿਡਕਸ਼ਨ ਪੋਟੈਂਸ਼ੀਅਲ ਮੈਕਸਿਮਮ ਹੋਏਗੀ ਜਿਸ ਦੀ, ਉਸ ਦੀ ਸਟਰੋਂਗੈਸਟ ਆਕਸੀਡਾਈਜ਼ਿੰਗ ਏਜੰਟ ਹੋਏਗੀ। ਤਾਂ ਆਪਾਂ ਨੂੰ ਵੈਲਿਊਜ਼ ਗਿਵਨ ਹੈ, ਸਭ ਤੋਂ ਜ਼ਿਆਦਾ ਅਗਰ ਆਪਾਂ ਗੱਲ ਕਰੀਏ ਕਿਸ ਦੀ, ਆਪਣੇ ਕੋਲ -2 ਪੁਆਇੰਟ, ਹਾਂਜੀ ਸੋਰੀ ਆਪਾਂ ਨੇ ਕੀ ਦੇਖਣਾ, ਨੈਗੇਟਿਵ ਦੇ ਵਿੱਚ ਵੈਲਿਊ ਕੀ ਹੋ ਜਾਂਦੀ ਹੈ, ਜੋ ਸਭ ਤੋਂ ਘੱਟ ਹੋਏਗੀ ਉਹ ਕੀ ਹੈ ਆਪਣੇ ਕੋਲ -2.37, ਜੋ ਕਿਸ ਦੀ ਆਪਣੇ ਕੋਲ ਮੈਗਨੀਜ਼ ਆ ਜਾਂਦੀ, ਕਿਉਂਕਿ ਇਸ ਦੇ ਵਿੱਚ ਕੀ ਹੋ ਰਿਹਾ, 2 ਪੋਜ਼ਿਟਿਵ ਟੂ ਮੈਗਨੀਜ਼ ਚੇਂਜ ਹੋ ਰਿਹਾ, ਆਪਾਂ ਨੂੰ ਰਿਡਕਸ਼ਨ ਪੋਟੈਂਸ਼ੀਅਲ ਗਿਵਨ ਹੈ। ਮੈਕਸਿਮਮ ਰਿਡਕਸ਼ਨ ਪੋਟੈਂਸ਼ੀਅਲ ਕਿਸ ਦਾ, ਜਿਸ ਦੀ ਨੈਗੇਟਿਵ ਦੇ ਵਿੱਚ ਘੱਟ ਵੈਲਿਊ ਹੋਏਗੀ। ਤਾਂ -2.37 ਦੀ ਮੈਕਸਿਮਮ ਰਿਡਕਸ਼ਨ ਪੋਟੈਂਸ਼ੀਅਲ ਹੈ, ਇਸ ਦਾ ਮਤਲਬ ਸਟਰੋਂਗੈਸਟ ਆਕਸੀਡਾਈਜ਼ਿੰਗ ਏਜੰਟ ਵੀ ਹੈ। ਤਾਂ ਇਸ ਕੁਐਸਚਨ ਦਾ ਰਾਈਟ ਆਂਸਰ ਵੀ ਕੀ ਆ ਜਾਏਗਾ, ਆਪਸ਼ਨ ਬੀ। ਕਲੀਅਰ। ਨੈਕਸਟ ਕੁਐਸਚਨ ਦੇਖਦੇ ਹਾਂ, ਔਨ ਇਲੈਕਟ੍ਰੋਲਾਈਸਿਸ ਆਫ ਡਿਲਿਊਟ ਸਲਫਿਊਰਿਕ ਐਸਿਡ, ਜਦੋਂ ਡਿਲਿਊਟ ਸਲਫਿਊਰਿਕ ਐਸਿਡ ਨੂੰ ਤੁਸੀਂ ਕੀ ਕਰ ਦਿੰਦੇ ਹੋ, ਪਲੈਟੀਨਮ ਇਲੈਕਟ੍ਰੋਡਸ ਤੇ ਇਲੈਕਟ੍ਰੋਲਾਈਜ਼ ਕਰਦੇ ਆ, ਤਾਂ ਜੋ ਪ੍ਰੋਡਕਟ ਓਬਟੇਨਡ ਹੁੰਦਾ ਐਨੋਡ ਤੇ ਉਹ ਦੱਸਣਾ ਹੈ ਤੁਸੀਂ। ਦੇਖੋ ਸਲਫਿਊਰਿਕ ਐਸਿਡ ਨੂੰ ਜਦੋਂ ਆਪਾਂ ਕੀ ਕਰਦੇ ਹਾਂ, ਰਿਐਕਸ਼ਨ ਕਰਵਾਉਂਦੇ ਹਾਂ, ਇਲੈਕਟ੍ਰੋਲਾਈਸਿਸ ਕਰਾਉਂਦੇ ਹਾਂ, ਮੀਨਸ ਕਰੰਟ ਪਾਸ ਕਰਵਾਉਂਦੇ ਹਾਂ, ਤਾਂ ਮੇਨਲੀ ਜੋ 2OH ਨੈਗੇਟਿਵ ਆਇਨ ਹੈ ਐਟ ਐਨੋਡ ਤੇ ਅਗਰ ਆਪਾਂ ਗੱਲ ਕਰੀਏ, ਇੱਕ ਤਾਂ ਵਾਟਰ ਮੋਲੀਕਿਊਲ ਬਣਾ ਦੇਗਾ, ਨਾਲ ਕੀ ਹੈ ਹਾਫ ਆਕਸੀਜਨ ਬਣਾ ਦੇਗਾ, ਤਾਂ ਇਸ ਲਈ ਫਾਰਮੇਸ਼ਨ ਕਿਸ ਦੀ ਹੋਏਗੀ, ਆਕਸੀਜਨ ਦੀ ਹੋਏਗੀ। ਤਾਂ ਇਸ ਕੁਐਸਚਨ ਦਾ ਰਾਈਟ ਆਂਸਰ ਕੀ ਆਏਗਾ ਆਪਣੇ ਕੋਲ, ਆਪਸ਼ਨ ਬੀ ਆਏਗਾ। ਨੈਕਸਟ ਆਪਾਂ ਗੱਲ ਕਰਾਂਗੇ ਲਾਸਟ MCQ ਦੀ, 12th MCQ ਦੀ। ਆਈ ਹੋਪ ਤੁਹਾਨੂੰ ਸਾਰੇ MCQs ਕਲੀਅਰ ਹੋ ਚੁੱਕੇ ਹੈ। ਲਾਸਟ MCQ ਦੇਖਦੇ ਹਾਂ ਆਪਾਂ ਨੂੰ ਕੀ ਕਹਿੰਦੇ ਆ, E0 Fe2 ਪੋਜ਼ਿਟਿਵ ਕਨਵਰਟ ਕਰ ਰਿਹਾ ਆਇਰਨ ਦੇ ਵਿੱਚ, ਤਾਂ ਆਪਣੇ ਕੋਲ ਵੈਲਿਊ ਗਿਵਨ ਹੈ E0 ਸੈੱਲ ਦੀ -0.441। ਨੈਕਸਟ ਆਪਣੇ ਕੋਲ ਅਗਰ ਗੱਲ ਕਰੀਏ E0 Fe3 ਪੋਜ਼ਿਟਿਵ ਟੂ Fe2 ਪੋਜ਼ਿਟਿਵ ਬਣ ਰਿਹਾ, ਆਪਾਂ ਨੂੰ ਵੈਲਿਊ ਗਿਵਨ ਹੈ 0.771 ਵੋਲਟੇਜ। ਦ ਸਟੈਂਡਰਡ EMF ਆਫ ਦ ਰਿਐਕਸ਼ਨ, ਆਪਾਂ ਨੂੰ ਰਿਐਕਸ਼ਨ ਗਿਵਨ ਹੈ iron plus 2 Fe3 positive convert into 3 ions of Fe2 positive। ਦੇਖੋ ਅਗਰ ਆਪਾਂ ਗੱਲ ਕਰੀਏ, ਆਪਾਂ ਨੂੰ ਗਿਵਨ ਹੈ ਸਾਰਾ ਕੁਝ, ਬਸ ਇਹਨੂੰ ਸੋਲਵ ਕਰਨਾ ਥੋੜਾ ਜਿਹਾ। ਅਗਰ ਮੈਂ ਆਪਾਂ ਨੂੰ ਗਿਵਨ ਕੀ ਹੈ, Fe3 ਪੋਜ਼ਿਟਿਵ ਆਇਨ ਜੋ ਉੱਪਰ ਦਿੱਤਾ ਹੋਇਆ, ਪਹਿਲਾਂ ਆਪਾਂ ਉਸ ਨੂੰ ਸੋਲਵ ਕਰਾਂਗੇ। ਦੇਖੋ ਕੈਥੋਡ ਤੇ ਐਨੋਡ ਆਪਾਂ ਨੂੰ ਦਿੱਤੇ ਹੋਏ ਹੈ, ਇਹਨਾਂ ਨੂੰ ਅਗਰ ਆਪਾਂ ਗੱਲ ਕਰੀਏ, ਸਭ ਤੋਂ ਪਹਿਲਾਂ ਮੈਂ ਇਸ ਨੂੰ ਲਿਖ ਰਹੀ ਹਾਂ, ਜੋ ਆਪਣੇ ਕੋਲ ਆ ਰਿਐਕਸ਼ਨ ਗਿਵਨ ਹੈ, ਇਸ ਨੂੰ 0.771 ਨੂੰ, ਇਹਨੂੰ ਕੀ ਲਿਖਿਆ, 2 ਆਇਨਸ ਲੈ ਲਏ ਮੈंने Fe3 ਪੋਜ਼ਿਟਿਵ ਦੇ, ਪਲੱਸ 2 ਇਲੈਕਟ੍ਰੋਨ ਐਡ ਕਰਵਾਤੇ, ਤਾਂ ਆਪਣੇ ਕੋਲ ਕੀ ਬਣ ਰਿਹਾ, 2Fe2 ਪੋਜ਼ਿਟਿਵ ਬਣ ਰਿਹਾ। E0 ਦੀ ਵੈਲਿਊ ਆਪਾਂ ਨੂੰ ਗਿਵਨ ਹੈ 0.771। ਦੇਖੋ ਹੁਣ ਇਹਨਾਂ ਨੇ ਕੀ ਕੀਤਾ, 2 ਇਲੈਕਟ੍ਰੋਨ ਕੀ ਕਰ ਲਏ, ਗੇਨ ਕਰ ਲਏ। ਜਦੋਂ 2 ਇਲੈਕਟ੍ਰੋਨ ਗੇਨ ਕੀਤੇ हैं, ਜਦੋਂ ਗੇਨਿੰਗ ਹੋ ਗਈ, ਇਹਦਾ मतलब ਇਹ ਕੀ ਹੋ ਰਹੀ ਹੈ, ਰਿਡਕਸ਼ਨ ਹੋ ਰਹੀ ਹੈ। ਨੈਕਸਟ ਆਪਣੇ ਕੋਲ ਜੋ ਸੈਕਿੰਡ ਗਿਵਨ ਹੈ, ਉਹ ਆਪਣੇ ਕੋਲ ਕੀ ਹੈ, Fe2 ਪੋਜ਼ਿਟਿਵ ਟੂ Fe ਬਣ ਰਿਹਾ, मतलब 2 ਇਲੈਕਟ੍ਰੋਨ ਕੀ ਕਰਤੇ ਆਪਾਂ ਨੇ, ਸੌਰੀ ਆਈ ਥਿੰਕ ਇਸ 'ਚ ਗੇਨ ਕਰਵਾਇਆ, 2 ਇਲੈਕਟ੍ਰੋਨਸ ਗੇਨ ਕਰ ਲਏ, ਆਇਰਨ ਬਣ ਗਿਆ। ਇਹਨੇ ਕੀ ਕੀਤਾ, ਇਹਨੇ ਵੀ Fe3 ਪੋਜ਼ਿਟਿਵ ਟੂ Fe2 ਪੋਜ਼ਿਟਿਵ 1 ਇਲੈਕਟ੍ਰੋਨ, ਇੱਦਾਂ ਕਰਦੇ ਹਾਂ। ਜੋ ਆਪਾਂ ਨੇ ਉੱਪਰਲੀ ਰਿਐਕਸ਼ਨ, ਇਸ ਰਿਐਕਸ਼ਨ ਨੂੰ ਬਣਾਉਣ ਦੇ ਲਈ ਆਪਾਂ ਇਸ ਨੂੰ 2 ਨਾਲ ਮਲਟੀਪਲਾਈ ਕਰ ਦਿੰਦੇ ਹਾਂ। ਦੇਖੋ 2 ਇਲੈਕਟ੍ਰੋਨਸ ਇਸਨੇ ਐਡ ਕਰਵਾਏ, ਆ ਬਣ ਗਿਆ ਆਪਣੇ ਕੋਲ। ਨੈਕਸਟ ਜੋ ਇਸ ਨੂੰ ਹੈ, ਇਸ ਨੂੰ ਸਿੰਪਲੀ ਵੇ ਦੇ ਵਿੱਚ ਲਿਖਦੇ ਹਾਂ, ਕੀ ਬਣਿਆ ਆਪਣੇ ਕੋਲ, ਆਇਰਨ 2 ਪੋਜ਼ਿਟਿਵ ਮਾਈਨਸ, ਇਹਨੇ ਨੈਗੇਟਿਵ 2 ਇਲੈਕਟ੍ਰੋਨ ਕੀ ਕਰ ਲਏ, ਇਹਦੇ ਵਿੱਚੋਂ ਰਿਲੀਜ਼ ਕਰਤੇ, ਤੇ ਆਪਣੇ ਕੋਲ ਕੀ ਬਣ ਗਿਆ, ਨੈਗੇਟਿਵ ਦਾ ਆਇਰਨ ਬਣ ਗਿਆ। 2 ਇਲੈਕਟ੍ਰੋਨ ਰਿਲੀਜ਼ ਕਰਵਾਏ ਆ, ਮਤਲਬ ਅਗਰ ਆਪਾਂ ਗੱਲ ਕਰੀਏ 2 ਇਲੈਕਟ੍ਰੋਨ, ਤਾਂ ਇਸ ਦੀ ਵੈਲਿਊ ਆਪਾਂ ਨੂੰ ਗਿਵਨ ਹੈ 0.441 ਨੈਗੇਟਿਵ ਦੇ ਵਿੱਚ, ਔਰ ਇਸ ਦੀ ਵੈਲਿਊ ਗਿਵਨ ਹੈ 0.771। ਇਹਨਾਂ ਦੀ ਅਗਰ ਆਪਾਂ ਐਡੀਸ਼ਨ ਕਰ ਦਈਏ, ਕੀ ਕਰ ਦਈਏ ਐਡੀਸ਼ਨ, ਦੇਖਦੇ ਹਾਂ ਇੱਕ ਜਸਟ ਸੈਕਿੰਡ, ਅਗਰ ਇਸ ਦੀ ਮੈਂ ਸਬਟਰੈਕਸ਼ਨ ਹੋਏਗੀ, ਹਾਂਜੀ ਅਗਰ ਮੈਂ ਇਸ ਦੀ ਸਬਟਰੈਕਸ਼ਨ ਕਰਦਾ, ਤਾਂ ਕੀ ਬਣੇਗਾ ਆਪਣੇ ਕੋਲ, 2Fe3 ਪੋਜ਼ਿਟਿਵ ਦੇ ਵਿੱਚ ਮੈਂ ਆਇਰਨ ਐਡ ਕਰਤਾ, ਤਾਂ ਆਪਣੇ ਕੋਲ ਉੱਪਰ ਵਾਲੀ ਰਿਐਕਸ਼ਨ ਬਣ ਗਈ 2Fe2 ਪੋਜ਼ਿਟਿਵ। ਹੁਣ ਦੇਖੋ ਮੈंने ਕੀ ਕੀਤਾ ਸੀਗਾ, ਸਬਟਰੈਕਸ਼ਨ ਕੀਤੇ, ਤਾਂ ਆਪਾਂ ਇਹਨਾਂ ਵੈਲਿਊਜ਼ ਦਾ ਵੀ ਸਬਟਰੈਕਟ ਕਰ ਦੇਣਾ, 0.771
माइनस माइनस प्लस हो जाएगा, की बन जाएगा 0.441, 1 ਤੇ 1 2, 7 और 4 11, 1 कैरी, 7 और 4 11 प्लस 1 12, 2 1.221 वोल्टेज आंसर आ जाएगा। देख लैने इस क्वेश्चन का राइट आंसर की है, ऑप्शन डी। आई होप ਤੁਹਾਨੂੰ ਸਾਰੇ MCQs क्लीयर हो चुके हैं, कोई डाउट नहीं रहा होएगा, सारे कंसैप्ट्स क्लीयर हो चुके हैं। प्लीज़ फीडबैक ਜ਼ਰੂਰ ਦਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ। ਚੈਨਲ ਨੂੰ ਕੀ ਹੈ ਸ਼ੇਅਰ ਕਰੋ ਆਪਣੇ ਫਰੈਂਡਸ ਦੇ ਨਾਲ। ਥੈਂਕ ਯੂ ਸੋ ਮਚ।